ਤਾਂ ਉਹਨਾਂ ਨੇ ਦੱਸਿਆ ਕਿ ਜਿਹੜੇ ਮੌਜੂਦਾ ਐਮਐਲਏ ਉਹਨਾਂ ਨੂੰ ਮੇਰਾ 83-84 ਹਜ਼ਾਰ ਰੁਪਈਆ ਸੈਲਰੀ ਆ, 3 ਲੱਖ ਰੁਪਈਆ ਉਹਨਾਂ ਨੂੰ ਰੀਇੰਬਰਸਮੈਂਟ ਹੁੰਦੀ ਹੈ ਪੈਟਰੋਲ ਡੀਜ਼ਲ ਔਰ 에ਅਰ ਟਰੈਵਲ ਦੀ। ਬਾਕੀ ਇਹਨਾਂ ਨੂੰ 15 ਰੁਪਏ ਪਰ ਕਿਲੋਮੀਟਰ ਦੇ ਹਿਸਾਬ ਦੇ ਨਾਲ ਗੱਡੀ ਦੀ ਪੇਮੈਂਟ ਕੀਤੀ ਜਾਂਦੀ ਆ। 1500 ਰੁਪਈਆ ਅਗਰ ਇਹਨਾਂ ਨੇ ਕੋਈ ਆਪਣਾ ਜਾਣਾ ਸੈਸ਼ਨ ਅਟੈਂਡ ਕਰਨ ਉਹਦਾ ਪਰ ਡੇ ਦੇ ਹਿਸਾਬ ਦੇ ਨਾਲ ਮਿਲਦਾ। ਇਹ 117 ਐਮਐਲਏ ਨੇ ਜਿਨ੍ਹਾਂ ਨੂੰ ਇਹ ਫੈਸਿਲਿਟੀਆਂ ਮਿਲਦੀਆਂ। ਪੰਜਾਬ ਦੇ ਵਿੱਚ 268 ਐਮਐਲਏ 268 ਐਮਐਲਏਜ਼ ਇੱਦਾਂ ਦੇ ਨੇ ਜਿਹੜੇ ਐਕਸ ਐਮਐਲਏਜ਼ ਨੇ ਔਰ ਅੱਜ ਦੀ ਡੇਟ ਦੇ ਵਿੱਚ ਪੈਨਸ਼ਨ ਲੈ ਰਹੇ ਨੇ। 15,000 ਰੁਪਈਆ ਇਹਨਾਂ ਨੂੰ ਮੰਥਲੀ ਸੈਲਰੀ ਆ ਔਰ ਸਬਸੀਕੁਐਂਟ ਜੇ 2 ਵਾਰੀ ਐਮਐਲਏ ਰਿਹਾ ਤਾਂ ਹਰ ਟਰਮ ਦੇ 10,000 ਆ। ਫਿਰ ਇਹਨਾਂ ਦੀਆਂ ਫੈਮਿਲੀ ਪੈਨਸ਼ਨਸ ਨੇ ਜੀ। ਤੇ ਦੇਖੋ ਵੱਡੀ ਗੱਲ ਇਹ ਹੈ ਵੀ ਜਦੋਂ ਪਬਲਿਕ ਇਹਨਾਂ ਨੂੰ ਨਕਾਰ ਦਿੱਤਾ, ਪਬਲਿਕ ਨੇ ਇਹਨਾਂ ਨੂੰ ਹਰਾ ਦਿੱਤਾ, ਇਹਨਾਂ ਨੂੰ ਘਰ ਬਿਠਾਤਾ 5 ਸਾਲ ਬਾਅਦ, ਤੁਸੀਂ ਸੈਲਰੀ ਲਿੱਤੀ 5 ਸਾਲ ਤੁਸੀਂ ਕੰਮ ਕੀਤਾ, ਤੁਹਾਨੂੰ ਤਨਖਾਹ ਦੇਤੀ। ਉਹ ਕਹਿੰਦੇ ਜੀ ਕਿ ਜੇ ਮੰਨ ਲਓ ਕੋਈ ਸਾਬਕਾ ਐਮਐਲਏ ਆ, ਉਹ ਚੰਡੀਗੜ੍ਹ ਐਮਐਲਏ ਹੋਸਟਲ ਦੇ ਵਿੱਚ ਰਹਿਣਾ ਚਾਹੁੰਦਾ ਤਾਂ ਉਹਨੂੰ 100 ਰੁਪਈਆ ਪਰ ਡੇ ਦੇ ਹਿਸਾਬ ਨਾਲ 24 ਆਵਰ ਦਾ 100 ਰੁਪਈਆ ਦੇਣਾ ਪੈਣਾ। ਸੋ ਇਹ ਸਾਰੀਆਂ ਜਿਹੜੀਆਂ ਫੈਸਿਲਿਟੀਆਂ ਨੇ ਇਹ ਪਬਲਿਕ ਦੇ ਪੈਸੇ ਤੋਂ ਇਹਨਾਂ ਨੂੰ ਦਿੱਤੀਆਂ ਜਾਂਦੀਆਂ ਪਈਆਂ ਆ। ਫਿਰ ਮੈਡੀਕਲ ਸਾਰਾ ਫ੍ਰੀ, ਫਿਰ ਰਹਿਣ ਦਾ ਕੀ 100 ਰੁਪਈਏ ਦਾ ਖਰਚਾ, ਫਿਰ ਤੁਹਾਨੂੰ ਸਟੇਟ ਦੀਆਂ ਬੱਸਾਂ ਦਾ ਫ੍ਰੀ, ਮੈਡੀਕਲ ਖਰਚਾ ਸਾਰਾ ਫ੍ਰੀ। ਜਿਹੜੇ ਬੰਦਿਆਂ ਨੂੰ ਪਬਲਿਕ ਨੇ ਨਕਾਰ ਹੀ ਦਿੱਤਾ ਉਹਨਾਂ ਨੂੰ ਕਿਸ ਗੱਲ ਦੇ ਪੈਸੇ ਅਸੀਂ ਬਹੁਤ ਚੱਕ ਰਹੇ, ਮੈਨੂੰ ਨਹੀਂ ਸਮਝ ਆ ਰਿਹਾ ਅਸੀਂ ਕਿਸ ਗੱਲ ਦਾ ਉਹਨਾਂ ਦਾ ਬਹੁਤ ਚੱਕ ਰਹੇ। ਬੈਠਣਾ ਚਾਹੀਦਾ ਇਹਨਾਂ ਨੂੰ ਘਰੇ। ਕਰਪਸ਼ਨ ਕਿਸ ਲੈਵਲ ਦੇ ਉੱਤੇ ਆ ਅਸੀਂ ਕਿਸੇ ਪਰਟੀਕੂਲਰ ਐਮਐਲਏ ਦਾ ਨਾਮ ਲੈ ਕੇ ਨਹੀਂ ਅਸੀਂ ਬੋਲ ਸਕਦੇ, ਲੇਕਿਨ ਸਭ ਨੂੰ ਪਤਾ ਪਬਲਿਕ ਇਹਨਾਂ ਨੂੰ ਬੁਲਾਉਂਦੀ ਆ, ਸਿਰ ਤੇ ਚੁੱਕਦੀ ਆ, ਇਹਨਾਂ ਨੂੰ ਹਾਰ ਪਾਉਂਦੀ ਆ, ਫਿਰ ਇਹ ਬਾਅਦ ਚੋਂ ਪਬਲਿਕ ਨੂੰ ਕੁੱਟਦੇ ਆ ਫੜ ਕੇ, ਝੂਠੇ ਪਰਚੇ ਦਰਜ ਕਰਾਉਂਦੇ ਪਬਲਿਕ ਦੇ ਉੱਤੇ। ਤੁਸੀਂ ਮਾੜਾ ਜਿਹਾ ਗੱਲ ਤਾਂ ਕਰਕੇ ਦੇਖੋ, ਐ ਖਾਣ ਨੂੰ ਪੈਂਦੇ ਆ। ਪਤਾ ਨਹੀਂ ਕੋਈ ਗੱਲ ਕਹਿਤੀ ਕਿਸੇ ਨੂੰ, ਜੋ ਤੁਸੀਂ ਮਾੜੀ ਜੀ ਕੋਈ ਗੱਲ ਰਿਪੀਟ ਕਰਤੀ ਇੱਦਾਂ ਤਾਂ ਖਾਣ ਨੂੰ ਪੈਂਦੇ ਆ। ਫਿਰ ਤੁਸੀਂ 3 ਲੱਖ ਰੁਪਈਆ ਦੇਈ ਜਾਂਦੇ ਹੋ ਜੀ ਪੈਟਰੋਲ ਔਰ ਡੀਜ਼ਲ ਔਰ 에ਅਰ ਟਰੈਵਲ ਅਨਾਊਂਸ ਰੀਇੰਬਰਸਮੈਂਟ ਹੈ। ਉਧਰੋਂ ਵੀ ਸਾਡੇ ਸਿਰ ਤੇ ਜੁੱਤੀਆਂ ਮਾਰਦੀਆਂ, ਇੱਧਰੋਂ ਵੀ ਮਾਰਤੀਆਂ, ਜੋ ਹੋਰ ਰਹਿੰਦੀਆਂ ਉਹ ਵੀ ਮਾਰ ਦਿਓ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਕਲਪਨਾ ਮੌਰਿਆ। ਆਮ ਜਨਤਾ ਵੱਲੋਂ ਜੋ ਨੁਮਾਇੰਦੇ ਚੁਣੇ ਜਾਂਦੇ ਨੇ ਉਹਨਾਂ ਨੁਮਾਇੰਦਿਆਂ ਵੱਲੋਂ ਸੱਤਾ ਦੇ ਵਿੱਚ ਆਉਣ ਲਈ ਵੱਡੇ ਦਾਅਵੇ ਕੀਤੇ ਜਾਂਦੇ ਨੇ। ਗੱਲ ਹੁੰਦੀ ਹੈ ਕਿ ਉਹ ਆਮ ਜਨਤਾ ਦੀ ਸਹੂਲਤਾਂ ਤੇ ਸੁਵਿਧਾਵਾਂ ਦੇ ਲਈ ਕੰਮ ਕਰਨਗੇ, ਪਰ ਆਮ ਜਨਤਾ ਨੂੰ ਉਹ ਸਹੂਲਤਾਂ ਸੁਵਿਧਾਵਾਂ ਮਿਲਦੀਆਂ ਨੇ ਜਾਂ ਨਹੀਂ ਮਿਲਦੀਆਂ ਉਹ ਤਾਂ ਹਰ ਇੱਕ ਆਮ ਜਨਤਾ ਨੂੰ ਹੀ ਪਤਾ ਹੈ। ਪਰ ਇਹ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਉਹਨਾਂ ਨੁਮਾਇੰਦਿਆਂ ਨੂੰ ਹੀ ਜਦੋਂ ਸੱਤਾ ਦੇ ਵਿੱਚ ਹੁੰਦੇ ਹੈ ਉਦੋਂ ਵੀ ਜਿਹੜੀਆਂ ਨੇ ਕੀ ਸੁਵਿਧਾਵਾਂ ਮਿਲਦੀਆਂ ਨੇ, ਉਹਨਾਂ ਦੀ ਸੈਲਰੀ ਕੀ ਹੁੰਦੀ ਹੈ, ਤੇ ਜਦੋਂ ਉਹ ਸੱਤਾ ਦੇ ਵਿੱਚ ਨਹੀਂ ਹੁੰਦੇ, ਜਦ ਆਪਾਂ ਗੱਲ ਕਰੀਏ ਕਿ ਉਹ ਜਦ ਐਕਸ ਐਮਐਲਏ ਬਣ ਜਾਂਦੇ ਨੇ ਉਸ ਤੋਂ ਬਾਵਜੂਦ ਵੀ ਉਹਨਾਂ ਨੂੰ ਕੀ ਸੁਵਿਧਾਵਾਂ ਮਿਲਦੀਆਂ ਨੇ, ਕਿਸ ਤਰੀਕੇ ਨਾਲ ਪੈਨਸ਼ਨ ਮਿਲਦੀ ਹੈ। ਇਹ ਇੱਕ ਆਰਟੀਆਈ ਦੇ ਵਿੱਚ ਖੁਲਾਸਾ ਹੋਇਆ ਹੈ। ਸਾਡੇ ਨਾਲ ਮੌਜੂਦ ਨੇ ਆਰਟੀਆਈ ਐਕਟਿਵਿਸਟ ਰੋਹਿਤ ਸੱਭਰਵਾਲ ਜੀ, ਅਸੀਂ ਗੱਲਬਾਤ ਕਰ ਲੈਂਦੇ ਹਾਂ। ਸਰ, ਜੋ ਆਰਟੀਆਈ ਦੇ ਵਿੱਚ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਚਾਹੇ ਗੱਲ ਹੋਵੇ ਮੌਜੂਦਾ ਐਮਐਲਏਜ਼ ਦੀ, ਚਾਹੇ ਗੱਲ ਹੋਵੇ ਐਕਸ ਐਮਐਲਏਜ਼ ਦੀ, ਕੀ ਕੁਝ ਸੁਵਿਧਾਵਾਂ ਉਹਨਾਂ ਨੂੰ ਮਿਲਦੀਆਂ ਨੇ ਉਸ ਦੇ ਬਾਰੇ ਜ਼ਰੂਰ ਜਾਣਕਾਰੀ ਦਿਓ। ਇਸ ਤਰ੍ਹਾਂ ਮੈਡਮ 2 ਐਪਲੀਕੇਸ਼ਨਾਂ ਮੇਰੇ ਵੱਲੋਂ ਫਾਈਲ ਕੀਤੀਆਂ ਗਈਆਂ ਸੀ ਵੀ ਜਿਹੜੇ ਮੌਜੂਦਾ ਐਮਐਲਏ ਨੇ, ਲੁਧਿਆਣੇ ਦੇ ਮੈਂ ਇੱਕ ਐਮਐਲਏ ਸਾਹਿਬਾਨ ਦਾ ਨਾਮ ਕੋਟ ਕਰਕੇ ਪੁੱਛਿਆ ਸੀ ਵੀ ਕਿੰਨੀ ਤਨਖਾਹ ਹੈ ਔਰ ਕੀ ਇਹਨਾਂ ਨੂੰ ਬੈਨੀਫਿਟ ਦਿੱਤੇ ਜਾਂਦੇ ਆ। ਤਾਂ ਉਹਨਾਂ ਨੇ ਦੱਸਿਆ ਕਿ ਰਾਕੇਸ਼ ਪਾਂਡੇ, ਮੈਂ ਐਮਐਲਏ ਦਾ ਪੁੱਛਿਆ ਸੀ, ਤਾਂ ਉਹਨਾਂ ਨੇ ਦੱਸਿਆ ਕਿ ਜਿਹੜੇ ਮੌਜੂਦਾ ਐਮਐਲਏ ਉਹਨਾਂ ਨੂੰ ਮੇਰਾ 83-84 ਹਜ਼ਾਰ ਰੁਪਈਆ ਸੈਲਰੀ ਆ, 3 ਲੱਖ ਰੁਪਈਆ ਉਹਨਾਂ ਨੂੰ ਰੀਇੰਬਰਸਮੈਂਟ ਹੁੰਦੀ ਹੈ ਪੈਟਰੋਲ ਡੀਜ਼ਲ ਔਰ 에ਅਰ ਟਰੈਵਲ ਦੀ। ਬਾਕੀ ਇਹਨਾਂ ਨੂੰ 15 ਰੁਪਏ ਪਰ ਕਿਲੋਮੀਟਰ ਦੇ ਹਿਸਾਬ ਦੇ ਨਾਲ ਗੱਡੀ ਦੀ ਪੇਮੈਂਟ ਕੀਤੀ ਜਾਂਦੀ ਆ।
ਮੌਜੂਦਾ ਐਮਐਲਏ ਦੀ ਗੱਲ ਕਰ ਰਹੇ ਹਾਂ, ਇਹ ਸਾਰਿਆਂ ਨੂੰ ਹੋਣਾ ਤਕਰੀਬਨ। ਜੇ ਉਹਨਾਂ ਦੀ 80 85 83 ਹਜ਼ਾਰ ਤਨਖਾਹ ਹੈ ਤਾਂ ਆਲਮੋਸਟ ਇਹਦੇ ਨੇੜੇ ਤੇੜੇ ਬਾਕੀ ਦੇ ਵੀ ਹੋਣਗੇ। ਆਹ ਫੈਸਿਲਿਟੀ ਤਾਂ ਮੌਜੂਦਾ ਸਾਰੇ ਐਮਐਲਏ ਨੂੰ ਮਿਲ ਰਹੀ ਹੈ, 15 ਰੁਪਏ ਕਿਲੋਮੀਟਰ ਪਲੱਸ 3 ਲੱਖ ਰੁਪਈਆ ਰੀਅੰਬਰਸਮੈਂਟ, ਏਅਰ ਟਰੈਵਲ, ਪੈਟਰੋਲ ਡੀਜ਼ਲ, ਔਰ ਫਿਰ 1500 ਰੁਪਈਆ ਅਗਰ ਇਹਨਾਂ ਨੇ ਕੋਈ ਆਪਣਾ ਜਾਣਾ ਐਸੋਸੀਏਸ਼ਨ ਅਟੈਂਡ ਕਰਨ ਉਹਦਾ ਪਰ ਡੇ ਦੇ ਹਿਸਾਬ ਦੇ ਨਾਲ ਮਿਲਦਾ। ਬਾਕੀ ਮੈਡੀਕਲ ਫੈਸਿਲਿਟੀ ਤਾਂ ਤੁਹਾਨੂੰ ਪਤਾ ਹੀ ਹੈ ਵੀ ਇਹਨਾਂ ਦੀ ਔਰ ਇਹਨਾਂ ਦੇ ਡਿਪੈਂਡੈਂਟਸ ਦੀ ਸਾਰਿਆਂ ਦੀ ਹੁੰਦੀ ਆ। ਇਹ 117 ਐਮਐਲਏ ਨੇ ਜਿਨ੍ਹਾਂ ਨੂੰ ਇਹ ਫੈਸਿਲਿਟੀਆਂ ਮਿਲਦੀਆਂ। ਲੇਕਿਨ ਕੀ ਹੁੰਦਾ ਕਿ ਪਬਲਿਕ ਨੂੰ ਜਦੋਂ ਇਹਨਾਂ ਨੂੰ ਬਾਹਰ ਕੱਢ ਦਿੰਦੀ ਆ, ਨਕਾਰ ਦਿੰਦੀ ਆ, ਇਹ ਹਾਰ ਜਾਂਦੇ ਨੇ, ਉਸ ਤੋਂ ਬਾਅਦ ਵੀ ਪਬਲਿਕ ਨੂੰ ਇਹਨਾਂ ਦਾ ਬੋਝ ਚੱਕਣਾ ਪੈਂਦਾ। ਦੇਖੋ ਅੱਜ ਤੱਕ ਇਹ ਗੱਲਾਂ ਬਹੁਤ ਹੋਈਆਂ ਕਿ ਜੀ ਫਲਾਨੀ ਇੰਨੀ ਪੈਨਸ਼ਨ, ਲੇਕਿਨ ਮੈਂ ਜਿੰਨੀ ਬਰੀਕੀ ਨਾਲ ਦੇਖਿਆ ਕਿ ਸੋਸ਼ਲ ਮੀਡੀਆ ਦੇ ਉੱਤੇ ਕੋਈ ਡਾਕੂਮੈਂਟ ਇੱਦਾਂ ਦਾ ਐਸਟੈਬਲਿਸ਼ ਨਹੀਂ ਹੋਇਆ, ਮਤਲਬ ਐਜ਼ ਐਵੀਡੈਂਸ ਕਿ ਕਿੰਨੇ ਬੰਦੇ ਟੋਟਲ ਪੈਨਸ਼ਨ ਲੈ ਰਹੇ ਨੇ, ਠੀਕ ਹੈ ਜੀ, ਔਰ ਕਿੰਨੀ ਪੈਨਸ਼ਨ ਲੈ ਰਹੇ ਨੇ, ਔਰ ਪਲੱਸ ਉਹਨਾਂ ਨੂੰ ਨਾਲ ਫੈਸਿਲਿਟੀਆਂ ਕੀ ਮਿਲ ਰਹੀਆਂ ਨੇ। ਤਾਂ ਮੇਰੇ ਮਨ 'ਚ ਸੀ, ਮੈਂ RTI ਪਾ ਕੇ ਪੰਜਾਬ ਵਿਧਾਨ ਸਭਾ ਤੋਂ ਸਾਬਕਾ MLAs ਕਿੰਨੇ ਨੇ ਜਿਹੜੇ ਪੈਨਸ਼ਨ ਲੈ ਰਹੇ ਨੇ, ਇਹਨਾਂ ਬਾਰੇ ਮੈਂ ਪੁੱਛਿਆ ਅਤੇ ਉਹਨਾਂ ਨੇ ਮੈਨੂੰ ਵੈਬਸਾਈਟ ਦਾ ਇੱਕ ਲਿੰਕ ਪ੍ਰੋਵਾਈਡ ਕੀਤਾ। ਉਹਦੇ ਵਿੱਚ ਟੋਟਲ ਪੰਜਾਬ ਦੇ ਵਿੱਚ 268 MLA 268 MLAs ਇੱਦਾਂ ਦੇ ਨੇ ਜਿਹੜੇ ਐਕਸ MLAs ਨੇ ਔਰ ਅੱਜ ਦੀ ਡੇਟ ਦੇ ਵਿੱਚ ਪੈਨਸ਼ਨ ਲੈ ਰਹੇ ਨੇ। ਪੈਨਸ਼ਨ ਇਹਨਾਂ ਨੂੰ ਕਿੱਦਾਂ ਮਿਲ ਰਹੀ ਆ? ਦੇਖੋ ਉਹਦੇ ਵਿੱਚ ਇਹ ਹੈ ਕਿ ਜੋ ਇਹਨਾਂ ਨੇ ਲਿਖ ਕੇ ਦਿੱਤਾ ਹੈ, ਪਹਿਲੀ ਗੱਲ ਤਾਂ ਇੱਕ ਐਕਸਗ੍ਰੇਸ਼ੀਆ ਹੁੰਦਾ, ਜਿਵੇਂ ਕੋਈ ਡੈਥ ਕੇਸ ਦੇ ਵਿੱਚ ਹੁੰਦਾ 5 ਲੱਖ ਰੁਪਈਆ, 3 ਲੱਖ, 5 ਲੱਖ, ਡੈਥ ਕੇਸ ਦੇ ਵਿੱਚ ਐਕਸਗ੍ਰੇਸ਼ੀਆ ਉਹ ਇਹਨਾਂ ਨੇ ਦੱਸਿਆ ਹੈ, ਠੀਕ ਹੈ। ਇਹ ਮੈਂ ਤੁਸੀਂ ਵੀ ਪੇਪਰ ਦੇ ਸ਼ਾਰਟ ਲੈ ਲਓ, ਮੈਂ ਵੀ ਫੇਸਬੁੱਕ 'ਤੇ ਪਾ ਦਿੰਦਾ। ਫਿਰ ਨਾ ਜੀ ਇਹ ਵਿਦ ਇਫੈਕਟ ਫਰੋਮ 26/10/2016 15,000 ਰੁਪਈਆ ਇਹਨਾਂ ਨੂੰ ਮੰਥਲੀ ਸੈਲਰੀ ਆ, ਔਰ ਸਬਸੀਕੁਐਂਟ ਜੇ 2 ਵਾਰੀ MLA ਰਿਹਾ ਤਾਂ ਹਰ ਟਰਮ ਦੇ 10,000 ਆ। ਇਹਦੇ 'ਚ ਇਹ ਅਮਾਊਂਟ ਤਾਂ ਤੁਹਾਨੂੰ ਥੋੜ੍ਹੀ, ਚਾਹੇ 15,000 ਪਲੱਸ ਦਾ, ਇਹਦੇ 'ਚ ਵੱਡੀ ਗੱਲ ਇਹ ਆ ਵੀ ਇਹਨਾਂ ਨੂੰ 169% ਦੇ ਕਰੀਬ DA ਮਿਲਦਾ। ਇਹਨਾਂ ਨੇ ਲਿਖਿਆ 15,000 ਪਰ ਮੰਥ ਪਲੱਸ DA। ਤਾਂ ਮੇਰੇ ਕੋਲ ਗਵਰਨਮੈਂਟ ਡਿਪਾਰਟਮੈਂਟ ਦੇ ਫਰੈਂਡ ਨੇ, ਮੈਂ ਉਹਨਾਂ ਨੂੰ ਪੁੱਛਿਆ ਵੀ DA, ਉਹ ਕਹਿੰਦੇ ਜੀ 2 ਤਰ੍ਹਾਂ ਦਾ DA ਹੈ, ਇੱਕ ਰਿਵਾਈਜ਼ਡ DA ਹੈ, ਇੱਕ ਪਹਿਲਾਂ ਦਾ DA। 169% DA ਮਤਲਬ ਤੁਸੀਂ ਲਾ ਲਓ 15,000 ਪਲੱਸ ਇਹਦੇ 'ਤੇ 169% ਕਿੰਨਾ ਹੋ ਗਿਆ? ਬਹੁਤ ਵੱਡੀ ਫਿਗਰ ਚਲੀ ਗਈ, ਤਾਂ ਪਹੁੰਚ ਗਿਆ 40-50 ਹਜ਼ਾਰ ਦੇ ਨੇੜੇ ਕਿਤੇ। ਫਿਰ ਇਹਨਾਂ ਨੂੰ ਨਾ ਜੀ 65% 75% ਔਰ 65 ਸਾਲ 75 ਸਾਲ ਔਰ 80 ਸਾਲ ਦੀ ਏਜ ਤੋਂ ਬਾਅਦ 5, 10 ਔਰ 15% ਦਾ ਇਹਨਾਂ ਨੂੰ 65, 75 ਔਰ 80 ਏਜ ਦੀ ਈਅਰ ਦੇ ਹਿਸਾਬ ਦੇ ਨਾਲ ਇਹਨਾਂ ਨੂੰ ਇਨਕਰੀਜ਼ ਮਿਲ ਜਾਂਦਾ। ਫਿਰ ਇਹਨਾਂ ਦੀਆਂ ਫੈਮਿਲੀ ਪੈਨਸ਼ਨਸ ਨੇ ਜੀ, ਜਿਵੇਂ ਮੰਨ ਲਓ ਕਿਸੇ ਐਕਸ ਮੈਂਬਰ ਜਿਹੜੇ MLA ਸਾਹਿਬਾਨ ਨੇ, ਉਹਨਾਂ ਦੀ ਡੈਥ ਹੋ ਜਾਂਦੀ ਹੈ ਤਾਂ ਉਹਨਾਂ ਦੀ ਫੈਮਿਲੀ ਦੇ ਵਿੱਚ ਪੈਨਸ਼ਨ ਦੇ ਲਈ ਉਹਨਾਂ ਨੇ ਲਿਖਿਆ who would have been entitled to such pension has she died shall be entitled to draw family pension at the rate of 50%। 50% ਉਹਦੀ ਫੈਮਿਲੀ ਦੇ ਜਿਹੜੀ ਮੰਨ ਲਓ ਉਹਨਾਂ ਦੇ ਕੋਈ ਵਿਡੋ ਆ ਜਾਂ ਕੋਈ ਹੋਣਗੇ ਜਿਹੜੇ ਕੋਈ, ਉਹਨਾਂ ਨੂੰ ਜਿਹੜੀ ਫੈਮਿਲੀ ਪੈਨਸ਼ਨ ਜਿਹੜੀ ਆ ਮਿਲਦੀ ਆ। ਅਤੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਇਹ ਵੀ ਦੱਸਿਆ ਜੀ ਕਿ ਮੈਡੀਕਲ ਫੈਸਿਲਿਟੀਜ਼, a member shall be entitled to for himself and for the member of his family for full reimbursement। ਮਤਲਬ ਜਿੰਨਾ ਖਰਚਾ ਵੀ ਆਏਗਾ ਐਕਚੁਅਲ ਐਕਸਪੈਂਸ ਦਾ ਔਨ ਦੀ ਆਊਟਡੋਰ ਐਂਡ ਇਨਡੋਰ ਟਰੀਟਮੈਂਟ ਔਰ ਆਫ ਕਰੋਨਿਕ ਕੋਈ ਡਿਜ਼ੀਜ਼ ਹੋ ਜਾਂਦੀ ਹੈ ਜਾਂ ਕੋਈ ਮੈਡੀਕਲ ਟਰੀਟਮੈਂਟ ਦਾ ਕੋਈ ਇਹਨਾਂ ਨੂੰ, ਤਾਂ ਇਹਨਾਂ ਨੂੰ ਉਹ ਪੈਸਾ ਰੀਇੰਬਰਸ ਹੋਏਗਾ। ਤਾਂ ਉਹਦੇ ਵਿੱਚ ਕੋਈ ਇਹਨਾਂ ਨੇ ਲਿਮਿਟ ਨਹੀਂ ਦੱਸੀ ਹੋਈ, ਵੈਦਰ ਇਹ ਲਿਮਿਟ 2 ਲੱਖ ਦੀ ਆ, 20 ਲੱਖ ਦੀ, 50 ਲੱਖ ਦੀ, ਕਰੋੜ ਦੀ, ਇਹਨਾਂ ਨੇ ਕੋਈ ਲਿਮਿਟ ਨਹੀਂ ਦਿੱਤੀ ਹੋਈ। ਤਾਂ ਉਹਨਾਂ ਨੇ ਇਹ ਦਿਖਿਆ ਵੀ ਜੋ ਐਕਚੁਅਲ ਐਕਸਪੈਂਸ, ਹੁਣ ਐਕਚੁਅਲ ਐਕਸਪੈਂਸ ਮੰਨ ਲਓ ਕਿਸੇ ਨੂੰ ਕਿਡਨੀ ਦੀ ਪ੍ਰੋਬਲਮ ਆ ਜਾਂਦੀ ਹੈ ਜਾਂ ਲੀਵਰ ਦੀ ਪ੍ਰੋਬਲਮ ਆਉਂਦੀ ਹੈ, 40-40, 50-50 ਲੱਖ ਰੁਪਈਆ ਲੱਗ ਜਾਂਦਾ, ਤਾਂ ਉਹ ਸਾਰਾ ਮਤਲਬ ਪਬਲਿਕ ਦੀ ਪਾਕਟ 'ਚੋਂ ਹੀ ਜਾਣਾ ਆ। ਅਤੇ ਦੇਖੋ ਵੱਡੀ ਗੱਲ ਇਹ ਹੈ ਵੀ ਜਦੋਂ ਪਬਲਿਕ ਇਹਨਾਂ ਨੂੰ ਨਕਾਰ ਦਿੱਤਾ, ਪਬਲਿਕ ਨੇ ਇਹਨਾਂ ਨੂੰ ਹਰਾ ਦਿੱਤਾ, ਇਹਨਾਂ ਨੂੰ ਘਰ ਬਿਠਾਤਾ 5 ਸਾਲ ਬਾਅਦ, ਤੁਸੀਂ ਸੈਲਰੀ ਲਿੱਤੀ, 5 ਸਾਲ ਤੁਸੀਂ ਕੰਮ ਕੀਤਾ, ਤੁਹਾਨੂੰ ਤਨਖਾਹ ਦੇ ਦਿੱਤੀ। ਉਸ ਤੋਂ ਬਾਅਦ ਤਾਂ ਸਰਕਾਰਾਂ ਨੇ ਵੀ ਹੁਣ ਇਹ ਕਾਨੂੰਨ ਲਿਆਂਦੇ ਕਿ ਸਰਵਿਸ ਕਰਦੇ ਨੇ ਗਵਰਨਮੈਂਟ ਇੰਪਲਾਈਜ਼, ਉਹਨਾਂ ਦੀਆਂ ਪੈਨਸ਼ਨਾਂ ਦੇ ਉੱਤੇ ਇੰਨੀਆਂ ਰਿਸਟ੍ਰਿਕਸ਼ਨਾਂ ਲਾਤੀਆਂ, ਨਵੇਂ ਕਾਨੂੰਨ ਬਣਾਤੇ ਉਹਨਾਂ ਨੂੰ ਪੈਨਸ਼ਨਾਂ ਦੇਣ ਦੇ ਲਈ, ਸਾਰੀ ਜ਼ਿੰਦਗੀ ਕੰਮ ਕਰਕੇ। ਤਾਂ ਇਹ 5 ਸਾਲ ਕੰਮ ਕਰਕੇ ਤੇ ਤਾਂ ਫਿਰ ਸਾਰੀ ਜ਼ਿੰਦਗੀ ਦੀਆਂ ਰੋਟੀਆਂ ਆਪਣੀਆਂ ਕਰ ਲੈਂਦੇ ਨੇ ਵੀ ਜਦੋਂ ਪਬਲਿਕ ਨੇ ਤੁਹਾਨੂੰ ਹਰਾ ਹੀ ਦਿੱਤਾ, ਨਕਾਰਤਾ, ਘਰ ਬਿਠਾਤਾ, ਤਾਂ ਉਦੋਂ ਤਾਂ ਤੁਸੀਂ ਤਨਖਾਹ ਲਿੱਤੀ ਤੇ ਬਾਅਦ 'ਚੋਂ ਵੀ ਤੁਸੀਂ ਸਾਰਾ ਕੁਝ ਤੁਹਾਡਾ ਆਪਣਾ ਫਿਊਚਰ ਇਸ ਹਿਸਾਬ ਨਾਲ ਇੰਸ਼ੋਰ ਕਰ ਲਿਆ ਕਿ ਤੁਸੀਂ। ਅੱਛਾ, ਫਿਰ ਕਹਿੰਦੇ ਜੀ ਫ੍ਰੀ ਟਰੈਵਲ ਬਾਈ ਦੀ ਗਵਰਨਮੈਂਟ ਟਰਾਂਸਪੋਰਟ
ਐਵਰੀ ਐਕਸ ਮੈਂਬਰ ਐਂਡ ਹਿਸ ਆਰ ਸਪਾਊਸ ਔਰ ਅਟੈਂਡੈਂਟ, ਉਹ ਔਰ ਉਹਦੀ ਘਰ ਵਾਲੀ, ਠੀਕ ਹੈ ਨਾ ਜੀ, ਜਾਂ ਲੇਡੀ ਹੈ ਤਾਂ ਉਹਦਾ ਹਸਬੈਂਡ, ਸਪਾਊਸ ਦਾ ਤਾਂ ਮਤਲਬ ਇਜ਼ ਐਂਟਾਈਟਲ ਟੂ ਫ੍ਰੀ ਟਰੈਵਲ ਫੈਸਿਲਿਟੀ ਇਨ ਦੀ ਸਟੇਟ ਓਨਡ ਬੱਸਿਸ ਔਨ ਪ੍ਰੋਡਕਸ਼ਨ ਆਫ ਆਇਡੈਂਟੀ ਕਾਰਡ। ਮਤਲਬ ਸਰਕਾਰੀ ਜਿਹੜੀਆਂ ਬੱਸਾਂ ਨੇ ਤੇ ਉਹਨਾਂ ਨੂੰ ਆਇਡੈਂਟੀ ਕਾਰਡ ਪ੍ਰੋਡਿਊਸ ਕਰਨ ਦੇ ਉੱਤੇ ਸਰਕਾਰੀ AC ਨੋਨ AC ਜੋ ਵੀ ਬੱਸਾਂ ਨੇ ਉਹਨਾਂ ਦੇ ਵਿੱਚ ਫ੍ਰੀ ਸਫ਼ਰ ਦੀ ਉਹਨਾਂ ਨੂੰ ਪੰਜਾਬ ਦੇ ਵਿੱਚ ਫੈਸਿਲਿਟੀ ਹੈਗੀ ਆ। ਇੱਕ ਬੜੀ ਹੈਰਾਨੀ ਵਾਲੀ ਗੱਲ ਹੈ ਜੀ, ਦੇਖੋ ਤੁਸੀਂ ਕਿੱਡੀ ਇਹਨਾਂ ਨੂੰ ਫੈਸਿਲਿਟੀ ਦਿੱਤੀ ਹੈ, ਅਕੋਮੋਡੇਸ਼ਨ ਐਟ MLA ਹੋਸਟਲ ਇਨ ਚੰਡੀਗੜ੍ਹ। ਇਹ ਸਾਰੀ ਬੜੇ ਧਿਆਨ ਨਾਲ ਸੁਣਿਓ। ਉਹ ਕਹਿੰਦੇ ਜੀ ਕਿ ਜੇ ਮੰਨ ਲਓ ਕੋਈ ਸਾਬਕਾ MLA ਆ, ਉਹ ਚੰਡੀਗੜ੍ਹ MLA ਹੋਸਟਲ ਦੇ ਵਿੱਚ ਰਹਿਣਾ ਚਾਹੁੰਦਾ ਤਾਂ ਉਹਨੂੰ 100 ਰੁਪਈਆ ਪਰ ਡੇ ਦੇ ਹਿਸਾਬ ਨਾਲ 24 ਆਵਰ ਦਾ 100 ਰੁਪਈਆ ਦੇਣਾ ਪੈਣਾ। ਤੇ ਉਹਦੇ ਮੇਨਟੇਨੈਂਸ ਚਾਰजेस ਕਿੰਨੇ ਹੋਣੇ MLA ਹੋਸਟਲ ਦੇ, ਕਿੰਨਾ ਕਰੋੜਾਂ ਰੁਪਈਆ ਉਹਦੇ ਤੇ ਸਟਾਫ ਉਹਦਾ ਮੇਨਟੇਨ ਕਰਨ ਦਾ, ਉਹਦਾ ਬਿਜਲੀ ਦਾ, ਉਹਦਾ ਰੱਖ ਰਖਾਵ, ਪਾਣੀ, ਜੋ ਹਾਰਟੀਕਲਚਰ, ਬਿਲਡਿੰਗ ਨੂੰ ਰਿਪੇਅਰ ਕਰਨ ਦਾ ਐਕਸਪੈਂਸ ਹੈ। ਤਾਂ ਸਿਰਫ 100 ਰੁਪਈਏ ਦੇ ਵਿੱਚ ਸਾਬਕਾ MLA ਸਾਹਿਬਾਨ ਇਸ ਹੋਸਟਲ ਦੇ ਵਿੱਚ 24 ਘੰਟੇ ਦੇ ਲਈ ਰੁਕ ਸਕਦੇ ਆ। ਸੋ ਇਹ ਸਾਰੀਆਂ ਜਿਹੜੀਆਂ ਫੈਸਿਲਿਟੀਆਂ ਨੇ ਇਹ ਪਬਲਿਕ ਦੇ ਪੈਸੇ ਤੋਂ ਇਹਨਾਂ ਨੂੰ ਦਿੱਤੀਆਂ ਜਾਂਦੀਆਂ ਪਈਆਂ ਆ। ਦੇਖੋ ਸਰਕਾਰ ਨੂੰ ਇਹਦੇ 'ਚ ਰਿਵੀਜ਼ਨ ਕਰਨ ਦੀ ਲੋੜ ਹੈ। ਇਹ ਕੋਈ ਤਰੀਕਾ ਨਹੀਂ ਹੈਗਾ ਕਿ ਤੁਸੀਂ ਇੱਕ ਵਾਰੀ MLA ਜਿੱਤੇ ਹੋ, ਤੁਸੀਂ 15,000 ਪਲੱਸ DA, ਉਸ ਤੋਂ ਬਾਅਦ ਤੁਸੀਂ 3 ਵਾਰ ਜਿੱਤੇ ਹੋ ਤਾਂ ਤੁਹਾਨੂੰ 10,000 3 ਵਾਰ, ਮਤਲਬ 30,000 ਪਲੱਸ 15,000। ਪਹਿਲੀ ਟਰਮ ਦਾ 15, ਸਬਸੀਕੁਐਂਟ ਦਾ 3 ਵਾਰੀ ਜਿੱਤੇ 30,000, 30 ਪਲੱਸ 15 45 ਪਲੱਸ DA ਕਿੰਨਾ 100, ਉਹ ਜਿਹੜਾ ਮੈਂ ਦੱਸਿਆ 68-69%। ਉਹ ਕਿੱਥੇ ਚਲ ਗਈ ਜਾ ਕੇ ਫਿਗਰ। ਫਿਰ ਮੈਡੀਕਲ ਸਾਰਾ ਫ੍ਰੀ, ਫਿਰ ਰਹਿਣ ਦਾ ਕੀ 100 ਰੁਪਏ ਦਾ ਖਰਚਾ, ਫਿਰ ਤੁਹਾਨੂੰ ਸਟੇਟ ਦੀਆਂ ਬੱਸਾਂ ਦਾ ਫ੍ਰੀ, ਮੈਡੀਕਲ ਖਰਚਾ ਸਾਰਾ ਫ੍ਰੀ। ਸੋ ਜਿਹੜੇ ਬੰਦਿਆਂ ਨੂੰ ਪਬਲਿਕ ਨੇ ਨਕਾਰ ਹੀ ਦਿੱਤਾ, ਉਹਨਾਂ ਨੂੰ ਕਿਸ ਗੱਲ ਦੇ ਪੈਸੇ ਅਸੀਂ ਬਹੁਤ ਚੱਕ ਰਹੇ, ਮੈਨੂੰ ਨਹੀਂ ਸਮਝ ਆ ਰਿਹਾ ਅਸੀਂ ਕਿਸ ਗੱਲ ਦਾ ਉਹਨਾਂ ਦਾ ਬਹੁਤ ਚੱਕ ਰਹੇ। ਬੈਠਣਾ ਚਾਹੀਦਾ ਇਹਨਾਂ ਨੂੰ ਘਰੇ, ਸਰਕਾਰ ਨੂੰ ਆਵਾਜ਼ ਚੱਕਣੀ ਚਾਹੀਦੀ ਆ, ਅਮੈਂਡਮੈਂਟ ਕਰਨੀ ਚਾਹੀਦੀ ਆ। ਇਹ ਸਾਰੇ ਡਾਕੂਮੈਂਟਸ ਦੇ ਪਲੀਜ਼ ਤੁਸੀਂ ਸ਼ਾਰਟ ਲਓ, ਪਬਲਿਕ ਦੇ ਮੂਹਰੇ ਦੱਸੇ ਜਾਣ। 268 ਟੋਟਲ MLAs ਨੇ ਜਿਨ੍ਹਾਂ ਦਾ ਬੋਝ ਅਸੀਂ ਅੱਜ ਦੀ ਡੇਟ ਦੇ ਵਿੱਚ ਪਬਲਿਕ ਚੱਕ ਰਹੀ ਹੈਗੀ ਆ। ਇਹ ਲਿਸਟ ਨਾਲ ਹੈਗੀ ਆ ਤਕਰੀਬਨ 17-18 ਪੇਜਾਂ ਦੀ, ਤੇ ਇਹ ਵੀ ਮੈਂ ਨਾਲ ਦੇ ਰਿਹਾ ਤੁਹਾਨੂੰ। ਇੱਕ ਇਸ ਚੀਜ਼ ਨੂੰ ਲੈ ਕੇ ਜ਼ਰੂਰ ਤੁਸੀਂ, ਕਿਉਂਕਿ ਬੜੇ ਨਜ਼ਦੀਕੀ ਤੋਂ ਦੇਖਿਆ ਹਾਲੇ ਦੱਸਿਆ ਵੀ ਕਿਸ ਤਰੀਕੇ ਨਾਲ ਉਹਨਾਂ ਨੂੰ ਸੁਵਿਧਾਵਾਂ ਮਿਲ ਰਹੀਆਂ ਨੇ, ਚਾਹੇ ਪੈਨਸ਼ਨ ਹੋਵੇ, ਚਾਹੇ ਸੈਲਰੀਜ਼ ਦੀ ਗੱਲ ਕਰੀਏ, ਜੇ ਅਸੀਂ ਗੱਲ ਕਰੀਏ ਮੌਜੂਦਾ ਤੇ ਐਕਸ MLA ਸਾਹਿਬਾਨ ਦੀ। ਤੇ ਜਦ ਅਸੀਂ ਗੱਲ ਦੇਖਦੇ ਹਾਂ ਕਿ ਲੋਕਾਂ ਵੱਲੋਂ, ਆਮ ਜਨਤਾ ਵੱਲੋਂ ਹੀ ਵੋਟਾਂ ਪਾ ਕੇ ਜਿਤਾਇਆ ਜਾਂਦਾ ਹੈ, ਸੱਤਾ ਦੇ ਵਿੱਚ ਲਿਆਇਆ ਜਾਂਦਾ ਹੈ, ਉਸ ਦੇ ਚੱਲਦੇ ਇਹਨਾਂ ਨੂੰ ਤਾਂ ਸੁਵਿਧਾਵਾਂ ਮਿਲ ਜਾਂਦੀਆਂ ਨੇ। ਆਮ ਜਨਤਾ ਦੀ ਸੁਵਿਧਾਵਾਂ ਦਾ ਕੀ ਹੁੰਦਾ ਹੈ ਫਿਰ? ਆਮ ਜਨਤਾ ਦੀਆਂ ਸੁਵਿਧਾਵਾਂ ਤਾਂ ਇਹ ਖਾ ਜਾਂਦੇ ਆ ਜੀ। ਦੇਖੋ ਕਰਪਸ਼ਨ ਕਿਸ ਲੈਵਲ ਦੇ ਉੱਤੇ ਆ, ਅਸੀਂ ਕਿਸੇ ਪਰਟੀਕੂਲਰ MLA ਦਾ ਨਾਮ ਲੈ ਕੇ ਨਹੀਂ ਅਸੀਂ ਬੋਲ ਸਕਦੇ, ਲੇਕਿਨ ਸਭ ਨੂੰ ਪਤਾ। ਤੁਸੀਂ ਅੱਜ 117 MLA ਨੇ ਪੰਜਾਬ ਦੇ ਵਿੱਚ, 13 ਮੈਂਬਰ ਪਾਰਲੀਮੈਂਟ ਨੇ, 13 ਨੇ ਕਿੰਨੇ ਨੇ? ਤੁਸੀਂ ਮੈਨੂੰ ਦੱਸੋ ਕੋਈ ਬੰਦਾ ਫੀਸਾਂ ਦੇ ਮਾਮਲੇ 'ਚ ਬੱਚਿਆਂ ਦੀ ਬੋਲਿਆ? ਕਿਹਦੇ ਨਾਲ ਰਿਲੇਟਡ ਮਾਮਲਾ? ਸਭ ਤੋਂ ਸੈਂਸਿਟਿਵ ਮਾਮਲਾ ਜਿਹੜਾ ਹਰ ਘਰ ਦੇ ਨਾਲ ਰਿਲੇਟਡ ਹੈ ਐਜੂਕੇਸ਼ਨ ਦਾ, ਉਹਦੇ ਤੇ ਕੋਈ ਨਹੀਂ ਬੋਲ ਰਿਹਾ। ਕੋਈ ਤੁਸੀਂ ਸਰਕਾਰੀ ਹਸਪੀਟਲ ਦੇ ਵਿੱਚ ਜਾ ਕੇ ਤੁਸੀਂ ਇਲਾਜ ਨਹੀਂ ਕਰਾ ਸਕਦੇ। ਜਿਹੜਾ ਨਹੀਂ ਵਿਚਾਰਾ ਅਫੋਰਡ ਕਰਦਾ, ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹੀ ਵਿਚਾਰੇ ਜਾ ਕੇ ਆਪਣਾ ਉੱਥੇ, ਜਾਂ ਬਹੁਤ ਜਿਹੜੇ ਮਤਲਬ ਪਿੰਡਾਂ ਪੁੰਡਾਂ ਤੋਂ ਨੇ ਉਹ ਜਾ ਕੇ ਆਪਣਾ, ਬੁਰਾ ਹਾਲ ਆ ਉੱਥੇ। ਤੇ ਫੈਸਿਲਿਟੀ ਤਾਂ ਪਬਲਿਕ ਨੂੰ ਇਹ ਲੋਕ ਕੋਈ ਦੇ ਨਹੀਂ ਰਹੇ। ਇਹਨਾਂ ਨੇ ਕੋਈ ਕੰਮ ਕੀਤਾ। ਜਿਹੜਾ ਕੋਈ ਕੰਮ ਕਰਾਉਂਦੇ ਨੇ ਤੇ ਉਹ ਸਾਰੀਆਂ ਇਹਨਾਂ ਦੀਆਂ ਕਮਿਸ਼ਨਾਂ ਸੈੱਟ ਹੁੰਦੀਆਂ। ਹੁਣ ਮੈਂ ਤੁਹਾਨੂੰ ਇੱਧਰ ਸਾਡਾ ਏਰੀਆ ਮਾਡਲ ਗਰਾਮ ਦਾ ਆ, ਤੁਸੀਂ ਇੱਥੇ ਹੀ ਲਾ ਲਓ, ਧੜਾ ਇੰਟਰਲੋਕਿੰਗ ਟਾਇਲ ਸਾਡੇ ਉਹ ਰਾਜਗੁਰੂ ਨਗਰ ਤੱਕ ਲੱਗੀ ਜਾਂਦੇ। ਸਾਨੂੰ ਵੀ ਪਤਾ ਕੀ ਹੋ ਰਿਹਾ, ਕਿਹਦੀਆਂ ਫੈਕਟਰੀਆਂ ਨੇ, ਕਿੱਥੋਂ ਟੈਲਾਂ ਆ ਰਹੀਆਂ ਨੇ। ਇਹ ਤਾਂ 1 ਨੰਬਰ ਦੀ ਕਮਾਈ ਆ ਜਿਹੜੀ ਮੈਂ ਬੋਲੀ ਆ। 2 ਨੰਬਰ ਦੀ ਕਮਾਈ ਦਾ ਤਾਂ ਕੋਈ ਹਿਸਾਬ ਹੀ ਹੈ ਨਹੀਂਗਾ, ਠੀਕ ਹੈ ਨਾ। ਤੇ ਇਹ ਕਹਿਣਾ ਬਹੁਤ ਮੁਸ਼ਕਿਲ ਹੈ। ਜਦੋਂ ਪਬਲਿਕ ਇਹਨਾਂ ਨੂੰ ਬੁਲਾਉਂਦੀ ਆ, ਸਿਰ ਤੇ ਚੁੱਕਦੀ ਆ, ਇਹਨਾਂ ਨੂੰ ਹਾਰ ਪਾਉਂਦੀ ਆ, ਫਿਰ ਇਹ ਬਾਅਦ 'ਚੋਂ ਪਬਲਿਕ ਨੂੰ ਕੁੱਟਦੇ ਆ ਫੜ ਕੇ, ਝੂਠੇ ਪਰਚੇ ਦਰਜ ਕਰਾਉਂਦੇ ਪਬਲਿਕ ਦੇ ਉੱਤੇ, ਠੀਕ ਆ। ਕੰਮ ਤਾਂ ਜਿਹੜੇ ਇਹਨਾਂ ਨੇ ਕੀਤੇ ਆ ਤੁਹਾਨੂੰ ਨਜ਼ਰ ਹੀ ਆ ਰਹੇ ਆ। ਜੇ ਕੀਤੇ ਹੁੰਦੇ ਤਾਂ ਅੱਜ ਸਟੇਟ ਦਾ ਕੁਛ ਹਾਲ ਹੋਰ ਹੁੰਦਾ। ਤੇ ਤੁਹਾਡੇ ਅੱਜ ਮੁੱਖ ਮੰਤਰੀ ਸਾਹਿਬ ਤੁਰੇ ਫਿਰਦੇ ਆਪ ਗੱਡੀ ਲੈ ਕੇ, ਤੇ ਜਦੋਂ ਸਰਕਾਰ ਦੇ ਵਿੱਚ ਬਣੇ ਸੀਗੇ ਤੇ ਉਦੋਂ ਤੁਸੀਂ ਦੱਸ ਦਿਓ ਲੁਧਿਆਣੇ ਦੀਆਂ ਕਿੰਨੀਆਂ ਕੁ ਵਿਜ਼ਿਟ ਰਹੀਆਂ ਐਜ਼ CM ਇਹਨਾਂ ਦੀਆਂ, ਉਹਨਾਂ ਦੀ ਰਿਸਪੌਂਸਿਬਿਲਟੀ ਨਹੀਂ ਸੀ ਬਣਦੀ ਆਉਣ ਦੀ ਸੀ। ਤੇ ਇਹ ਮਤਲਬ ਕੋਈ ਇਹਦੇ 'ਚ ਕਹਿਣ ਦਾ ਹੈ ਨਹੀਂ। ਤੁਸੀਂ ਮੁੱਖ ਮੰਤਰੀ ਤੋਂ ਲਾ ਕੇ MLA ਸਭ ਇਹ ਇੱਦਾਂ ਦੇ ਨੇ। ਗੱਲ ਹੁੰਦੀ ਹੈ ਸਰ ਕਿ ਇਹ ਗੱਲ ਕਹੀ ਜਾਂਦੀ ਹੈ ਕਿ ਇਹ ਪਬਲਿਕ ਸਰਵੈਂਟ ਹੁੰਦੇ ਨੇ, ਪਰ ਇੱਥੇ ਤਾਂ ਜਿਹੜਾ ਹੈ ਪਬਲਿਕ ਹੀ ਜਿਹੜੀ ਹੈ ਪਰੇਸ਼ਾਨ ਹੁੰਦੀ ਨਜ਼ਰ ਆ ਰਹੀ ਹੈ, ਤੇ ਉਹ ਜਿਹੜੇ ਇਹ ਲੋਕੀ ਜਿਹੜੇ ਨੇ ਉਹ ਰਾਜ ਕਰਦੇ ਨਜ਼ਰ ਆ ਰਹੇ ਨੇ। ਦੇਖੋ ਦੇ ਆਰ ਪਬਲਿਕ ਸਰਵੈਂਟ ਐਂਡ ਦੇ ਹੈਵ ਟੂ ਬਿਹੇਵ ਲਾਈਕ ਏ ਸਰਵੈਂਟ ਆਫ ਦੀ ਸੁਸਾਇਟੀ। ਉਹਨਾਂ ਨੂੰ ਇਸ ਸੁਸਾਇਟੀ ਦੇ ਇੱਕ ਸਰਵੈਂਟ ਦੀ ਤਰ੍ਹਾਂ ਬਿਹੇਵ ਕਰਨਾ ਚਾਹੀਦਾ।
ਤੁਸੀਂ ਮਾੜਾ ਜਿਹਾ ਗੱਲ ਤਾਂ ਕਰਕੇ ਦੇਖੋ, ਐ ਖਾਣ ਨੂੰ ਪੈਂਦੇ ਆ, ਪਤਾ ਨਹੀਂ ਕੋਈ ਗੱਲ ਕਹਿਤੀ ਕਿਸੇ ਨੂੰ, ਜੋ ਤੁਸੀਂ ਮਾੜੀ ਜੀ ਕੋਈ ਗੱਲ ਰਿਪੀਟ ਕਰਤੀ, ਇਦਾਂ ਤਾਂ ਖਾਣ ਨੂੰ ਪੈਂਦੇ ਆ। ਮੈਨੂੰ ਕੋਈ ਚੰਦ ਇੱਕ ਬੰਦੇ ਮਿਲਾ ਕੇ ਮੈਨੂੰ ਨਹੀਂ ਲੱਗਦਾ ਕੋਈ ਸੌਫਟ ਸਪੋਕਨ ਹੈਗਾ ਇੱਥੇ, ਮਤਲਬ ਕਿੱਡੀ ਬੁਰੀ ਤਰ੍ਹਾਂ ਬੋਲਦੇ ਨੇ, ਮਤਲਬ ਨਹੀਂ, ਇਹਨਾਂ ਦਾ ਵਤੀਰਾ ਵੀ ਠੀਕ ਨਹੀਂ। ਹੁਣ ਪੰਜਾਬ ਦੀ ਪੋਲੀਟਿਕਸ ਹੈ ਨਾ, ਇਹਦੇ ਵਿੱਚ ਬਹੁਤ ਵੱਡੇ ਡਰਾਸਟਿਕ ਚੇਂਜ ਦੀ ਲੋੜ ਹੈ। ਇਹ ਸਭ ਚੀਜ਼ਾਂ ਉਸ ਗੱਲਾਂ ਦੇ ਉਹਨਾਂ ਪੋਲੀਟੀਕਲ ਪਾਰਟੀਆਂ ਨੂੰ ਅਸੈਪਟ ਕਰੋ ਜਿਹੜੀਆਂ ਇਹ ਗੱਲਾਂ ਕਹਿੰਦੀਆਂ ਵੀ ਅਸੀਂ ਸਾਰਾ ਕੁਛ ਬੰਦ ਕਰਾਂਗੇ। ਇਹ ਸਾਡੇ ਤੇ ਅਨਨੈਸੈਸਰਲੀ ਬਰਡਨ ਆ। ਹੁਣ 15 ਰੁਪਏ ਕਿਲੋਮੀਟਰ ਆ, ਮੇਰੀ ਗੱਲ ਸੁਣੋ, ਕਿਹੜੀ ਗੱਡੀ 15 ਰੁਪਏ ਕਿਲੋਮੀਟਰ ਚੱਲਦੀ ਹੈ ਜੀ? ਤੁਸੀਂ ਫੋਰਚੂਨਰ ਵੀ ਲੈ ਲੈਂਦੇ ਹੋ, ਇੱਕ MLA ਕੋਲ ਇਨੋਵਾ ਹੁੰਦੀ ਆ, ਮੇਰਾ ਨਹੀਂ ਖਿਆਲ 8-9 ਰੁਪਏ ਕਿਲੋਮੀਟਰ ਤੋਂ ਵੱਧ ਉਹਦੀ ਕਾਸਟ ਹੈਗੀ ਆ। ਜੇ ਡੀਜ਼ਲ 90 ਰੁਪਏ 92-93 ਰੁਪਏ ਵੀ ਆ ਤਾਂ 9 ਰੁਪਏ ਤੋਂ ਵੱਧ ਮੇਰਾ ਖਿਆਲ ਨਹੀਂ, 10 ਦੀ ਐਵਰੇਜ ਦੇ ਹਿਸਾਬ ਨਾਲ ਵੀ ਕਾਸਟ ਕਰਦੀ ਪਈ ਆ। ਤੇ ਤੁਸੀਂ ਇਹਨਾਂ ਨੂੰ 15-15 ਰੁਪਏ ਕਿਲੋਮੀਟਰ ਦੇਈ ਜਾਂਦੇ ਹੋ, ਫਿਰ ਤੁਸੀਂ 3 ਲੱਖ ਰੁਪਈਆ ਦੇਈ ਜਾਂਦੇ ਹੋ ਜੀ ਪੈਟਰੋਲ ਔਰ ਡੀਜ਼ਲ ਔਰ 에ਅਰ ਟਰੈਵਲ ਅਨਾਊਂਸ ਰੀਇੰਬਰਸਮੈਂਟ ਹੈ। ਉਧਰੋਂ ਵੀ ਸਾਡੇ ਸਿਰ ਤੇ ਜੁੱਤੀਆਂ ਮਾਰਦੀਆਂ, ਇੱਧਰੋਂ ਵੀ ਮਾਰਤੀਆਂ, ਜੋ ਹੋਰ ਰਹਿੰਦੀਆਂ ਉਹ ਵੀ ਮਾਰ ਦਿਓ। ਪਬਲਿਕ ਤਾਂ ਫਿਰ ਜੁੱਤੀਆਂ ਖਾਣ ਜੋਗੀ ਹੈ ਨਾ। ਤੇ ਇਹਨਾਂ ਦਾ ਤਾਂ ਇਹੀ ਕੰਮ ਹੈਗਾ ਸਰਕਾਰਾਂ ਦਾ, ਤਾਂ ਆਪਦੇ ਵਾਸਤੇ ਕੋਈ ਕਾਨੂੰਨ ਬਣਾਉਣਾ ਇਹਨਾਂ ਨੇ ਝੱਟ ਬਣਾ ਲੈਣਾ, ਵਿਧਾਨ ਸਭਾ ਦੇ ਬਿੱਲ ਬਣਾ ਕੇ। ਪਬਲਿਕ ਦੇ ਲਈ ਕੋਈ ਕਾਨੂੰਨ ਬਣਾਉਣਾ, ਉਹ ਪਬਲਿਕ ਦੇ ਕੋਈ ਕਾਨੂੰਨ ਇਹਨਾਂ ਨੂੰ ਬਣਾਉਣ ਨੂੰ ਇਹਨਾਂ ਨੂੰ ਉਹ ਹੋ ਜਾਂਦਾ ਵੀ ਇਹ ਹਾਂ ਇਹਨਾਂ ਦੇ ਹੱਕ 'ਚ ਮਤਲਬ ਕਿਉਂ ਬਣ ਗਿਆ। ਬਿਲਕੁਲ, ਤੇ ਇਹ ਅਸੀਂ ਗੱਲਬਾਤ ਕੀਤੀ ਆਰਟੀਆਈ ਐਕਟਿਵਿਸਟ ਰੋਹਿਤ ਸਬਰਵਾਲ ਜੀ ਨਾਲ, ਜੋ ਆਰਟੀਆਈ ਨਿਕਲ ਕੇ ਸਾਹਮਣੇ ਆਈ ਹੈ ਉਸ ਦੇ ਵਿੱਚ ਕੀ ਕੁਝ ਜਾਣਕਾਰੀ ਨਿਕਲੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕੀਤੀ ਕਿ ਕਿਸ ਤਰੀਕੇ ਨਾਲ ਫਿਰ ਗੱਲ ਹੋਵੇ, ਚਾਹੇ ਜੋ ਮੌਜੂਦਾ ਐਮਐਲਏਜ਼ ਨੇ, ਫਿਰ ਚਾਹੇ ਗੱਲ ਹੋਵੇ ਐਕਸ ਐਮਐਲਏਜ਼ ਦੀ, ਉਹਨਾਂ ਨੂੰ ਕੀ ਕੁਝ ਜਿਹੜੀਆਂ ਸੁਵਿਧਾਵਾਂ ਮਿਲ ਰਹੀਆਂ ਨੇ, ਕਿਸ ਤਰੀਕੇ ਨਾਲ ਉਹਨਾਂ ਨੂੰ ਸੈਲਰੀਜ਼ ਤੇ ਪੈਨਸ਼ਨ ਮਿਲ ਰਹੀਆਂ ਨੇ। ਪਰ ਉੱਥੇ ਹੀ ਦੂਜੇ ਪਾਸੇ ਆਮ ਜਨਤਾ ਉਸੇ ਤਰੀਕੇ ਨਾਲ ਬੇਹਾਲ ਤੇ ਪਰੇਸ਼ਾਨ ਨਜ਼ਰ ਆ ਰਹੀ ਹੈ। ਕੈਮਰਾਮੈਨ ਬਲਜਿੰਦਰ ਸਿੰਘ ਦੇ ਨਾਲ ਮੈਂ ਕਲਪਨਾ ਮੌਰਿਆ, ਵੇਖਦੇ ਰਹੋ ਦਾ ਸਿਟੀ ਹੈਡਲਾਈਨਸ।